आसरा के साथ 36 लाख रुपए की ठगी करने वाली कंपनी दफ्तर बंद कर हुई फरार। कोरोना की दूसरी लहर में जहां मरीजों की ऑक्सीजन लेवल कम हो रहा था, मरीजों की देखभाल के लिए कुछ समाज सेवी संस्थाएं आगे आई कि लोगों की जान बचाई जा सके। पर इस दौर में कई लालची लोगों ने मरीजों के साथ साथ लोगों के साथ भी ठगी मार के अपनी जेब गरम करनी चाहिए। ऐसा ही एक मामला कुराली के नज़दीक गांव पंडियाला में, जहां संस्था की तरफ से मरीजों की ऑक्सीजन के लिए 100 के करीब ऑक्सीजन कंसंट्रेटर दानी सज्जन के सहयोग के साथ चाइना से मंगवाए गए, पर चाइना की कंपनी की तरफ से 36 लाख रुपए लेने के बाद उनको 100 लिपोलाइजर भेज दिए गए, जिनकी कीमत महज 38,000 है। उन्होंने कहा, जब हमने चाइना में वकील कर कंपनी का पता किया तो कंपनी को ताला लगा हुआ था और कंपनी भाग चुकी थी। और क्या कुछ कहा परब आसरा के मुखी भाई शमशेर सिंह ने, आइए आपको सुनाते हैं। हरजीत सिंह की रिपोर्ट। ਵੱਡੀ ਇੱਕ ਠੱਗੀ ਲੱਗੀ ਹੈ, ਕੀ ਠੱਗੀ ਲੱਗੀ ਹੈ, ਕੀ ਕਹਿਣਾ ਚਾਹੁੰਦੇ ਹੋ ਜੀ ਉਸ ਦੇ ਬਾਰੇ ਤੁਸੀਂ? ਹਾਂ ਨੇ ਬਿਲਕੁਲ ਮੈਨੂੰ ਲੱਗਦਾ ਜਦੋਂ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਕਰੋਨਾ ਦੇ ਅਟੈਕ ਦੇ ਨਾਲ ਹਾਹਾਕਾਰ ਮਚੀ ਹੋਈ ਸੀ, ਲੱਖਾਂ ਹੀ ਜਾਨਾਂ ਜਾ ਰਹੀਆਂ ਸੀ। ਉਸ ਵੇਲੇ ਚਲੋ ਸਰਕਾਰ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੀ ਸੀ ਤੇ ਬਾਕੀ ਸਮਾਜ ਦੇ ਵਿੱਚ ਇੱਕ ਸਮਾਜ ਦਰਦੀ ਦੂਜੇ ਦਾ ਦੁੱਖ ਵੰਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਦੂਜੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਸਾਰੇ ਸੋਸ਼ਲ ਵਰਕਰ ਸੰਸਥਾਵਾਂ, ਧਾਰਮਿਕ ਸ਼ਖਸੀਅਤਾਂ ਲੱਗੀਆਂ ਹੋਈਆਂ ਸੀ, ਜਿੱਥੇ ਵੀ ਕਿਸੇ ਦਾ ਵਾਹ ਚੱਲਦਾ ਸੀ ਇੱਕ ਦੂਜੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪ੍ਰਭ ਆਸਰਾ ਸੰਸਥਾ ਵੱਲੋਂ ਵੀ ਐਂਬੂਲੈਂਸਾਂ ਲੱਗੀਆਂ ਹੋਈਆਂ ਸੀ, ਹੋਰ ਜਿਸ ਤਰ੍ਹਾਂ ਦੀ ਵੀ ਲੋੜ ਹੈਗੀ ਸੀ, ਦਿਨ ਰਾਤ ਜਿਹੜੇ ਸੀ ਉਪਰਾਲੇ ਕੀਤੇ ਜਾ ਰਹੇ ਸੀ। ਫਿਰ ਜਦੋਂ ਆਕਸੀਜਨ ਦੀ ਵੱਡੇ ਪੱਧਰ ਤੇ ਇੱਕ ਕਿਸਮ ਦਾ ਕਾਲ ਪਿਆ, ਸਾਨੂੰ ਐਂਬੂਲੈਂਸਾਂ ਦੇ ਵਿੱਚ ਵੀ ਲਾਉਣ ਲੱਗਿਆਂ ਕਾਫੀ ਮਿਹਨਤ ਕਰਨੀ ਪਈ ਜਿਹੜੇ ਸਿਲੰਡਰ ਭਰਾਉਣ ਵਾਸਤੇ। ਤੇ ਫਿਰ ਸਾਨੂੰ ਐਦਾਂ ਫੀਲ ਹੋਇਆ ਕਿ ਨਹੀਂ ਲਾਈਕ ਇਹਦੇ ਲਈ ਸਾਨੂੰ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਅਸੀਂ ਪਲਾਂਟ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਵੇਲੇ ਚਲੋ ਇਹ ਸੰਭਵ ਨਹੀਂ ਹੋ ਸਕਿਆ। ਫਿਰ ਅਸੀਂ ਬਾਹਰਲੀ ਸੰਗਤ ਜਿਹੜੀ ਆ ਉਹਨਾਂ ਨੂੰ ਰਿਕੁਐਸਟ ਕੀਤੀ, USA ਦੀ ਸੰਗਤ ਦੇ ਵਿੱਚ, ਤੇ ਉਹਨਾਂ ਨੇ LA ਤੋਂ ਸਾਡੇ ਯੂਨਾਈਟਿਡ ਸਿੱਖ ਸੰਗਤ ਹੋਰ ਰਲ ਮਿਲ ਕੇ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ 100 ਆਕਸੀਜਨ ਕੰਸਨਟਰੇਟਰ, ਤਾਂ ਕਿ ਸਾਡੇ ਇਸ ਦੇਸ਼ ਦੇ ਵਿੱਚ, ਇਹ ਸਾਡੇ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਇੰਨੀ ਵੱਡੀ ਪੱਧਰ ਤੇ ਆਕਸੀਜਨ ਦੀ ਘਾਟ ਹੋ ਗਈ ਸੀ, ਲੋਕ ਦੀਆਂ ਜਾਨਾਂ ਜਾ ਰਹੀਆਂ ਸੀ, ਤਾਂ ਕਿ ਉਹਨਾਂ ਦੀ ਹੈਲਪ ਕੀਤੀ ਜਾ ਸਕੇ। ਮੌਕੇ 'ਤੇ ਬੜੀ ਵਧੀਆ ਪਲੈਨਿੰਗ ਕੀਤੀ ਸੀ ਅਸੀਂ ਵੀ, ਇਸ ਤਰੀਕੇ ਨਾਲ ਅਸੀਂ ਪਿੰਡਾਂ ਦੇ ਵਿੱਚ ਇੱਦਾਂ ਰੱਖਾਂਗੇ, ਗੱਡੀਆਂ ਲਾਵਾਂਗੇ ਤਾਂ ਕਿ ਉਸ ਪਿੰਡ ਦੇ ਵਿੱਚ ਕਿਸੇ ਨੂੰ ਵੀ ਐਮਰਜੈਂਸੀ ਲੋੜ ਪਵੇ ਉਹਦੀ ਲੋੜ ਪੂਰੀ ਹੋ ਸਕੇ। ਪਰ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਜਦੋਂ ਸਾਡੇ ਕੋਲ ਉਹਨਾਂ ਨੇ ਚਾਈਨਾ ਦੀ ਕੰਪਨੀ ਸੀ ਉਹਨੂੰ ਆਰਡਰ ਦਿੱਤਾ, ਤੇ ਉਹ ਲਾਈਕ ਉਹਨੇ ਪਹਿਲਾਂ 50 ਦੀ ਪੇਮੈਂਟ ਜਮ੍ਹਾਂ ਕਰਾਈ। ਉਹ ਕਹਿੰਦੇ ਨਹੀਂ, ਸਾਰੇ ਦੀ ਐਡਵਾਂਸ ਜਮ੍ਹਾਂ ਕਰਾਓ। ਸਾਰੇ ਦੀ ਐਡਵਾਂਸ ਜਮ੍ਹਾਂ ਕਰਾਉਣ ਤੋਂ ਬਾਅਦ ਜਦੋਂ ਸਮਾਨ ਸਾਡੇ ਕੋਲ ਪਹੁੰਚਿਆ ਤੇ ਉਹਦੇ ਵਿੱਚੋਂ ਨੈਬੂਲਾਈਜ਼ਰ ਨਿਕਲੇ। ਅਸੀਂ ਮੰਗੇ ਸੀ ਆਕਸੀਜਨ ਕੰਸਨਟਰੇਟਰ, ਦੇਖ ਕੇ ਅਸੀਂ ਬੜਾ ਹੈਰਾਨ ਵੀ ਅਸੀਂ ਤਾਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਬਹੁਤ ਲੋਕਾਂ ਦੀ ਹੈਲਪ ਹੋਏਗੀ। ਹੁਣ ਇਸ ਦੇ ਵਿੱਚ ਮੇਰੇ ਜੋ ਫੀਲਿੰਗਸ ਹੈ ਉਹ ਤਾਂ ਮਤਲਬ ਅਸੀਂ ਸ਼ਬਦਾਂ ਦੇ ਵਿੱਚ ਨਹੀਂ ਆਉਂਦੀਆਂ ਕਿ ਇੱਕ ਪਾਸੇ ਤਾਂ ਇਨਸਾਨ ਮਤਲਬ ਆਕਸੀਜਨ ਨੂੰ ਸਾਹ ਲੈਣ ਨੂੰ ਤਰਸ ਰਿਹਾ, ਪਾਣੀ ਚਲੋ ਪਿਆਸ ਲੱਗਦੀ ਹੈ ਬੰਦਾ ਫਿਰ ਵੀ ਟਾਈਮ ਕੱਢ ਲੈਂਦਾ ਉਸ ਤੋਂ ਬਿਨਾਂ ਕੁਛ, ਪਰ ਜਦੋਂ ਬੰਦੇ ਨੂੰ ਸਾਹ ਨਾ ਆ ਰਿਹਾ ਹੋਵੇ, ਇੰਨੇ ਫੋਨ ਸਾਨੂੰ ਆ ਰਹੇ ਸੀ ਕਿ ਮੇਰੀ ਮਾਂ ਦੇ ਇਹ ਹਾਲਾਤ ਹੈ ਵੀ ਆਕਸੀਜਨ ਜਿਹੜੀ ਸਾਡੇ ਕੋਲ 1 ਘੰਟੇ ਦੀ ਰਹਿ ਗਈ। ਕੋਈ ਆਪਣੇ ਬੱਚੇ ਦੇ ਪ੍ਰਤੀ, ਕੋਈ ਆਪਣੇ ਪਿਤਾ ਦੇ ਪ੍ਰਤੀ, ਤੇ ਕੋਈ ਆਪਣੇ ਜੀਵਨ ਸਾਥੀ ਲੁਧਿਆਣੇ ਜ਼ਿਲ੍ਹੇ 'ਚੋਂ ਜੀਵਨ ਸਾਥੀ ਦੇ ਪ੍ਰਤੀ, ਕੋਈ ਪੰਚਕੂਲੇ ਤੋਂ, ਅਲੱਗ-ਅਲੱਗ ਜਗ੍ਹਾ ਤੋਂ ਕੋਈ ਕਹਿੰਦਾ ਮੇਰੇ ਆਕਸੀਜਨ ਦੀ ਜਿਹੜੀ ਮਤਲਬ ਉਹ ਇੱਕ ਵਾਇਰ ਸੀ ਉਹ ਸੜ ਗਈ ਹੈ। ਅਲੱਗ-ਅਲੱਗ ਤਰੀਕਿਆਂ ਦੇ ਫੋਨ ਆ ਰਹੇ ਸੀ। ਤੇ ਜਿਸ ਵੇਲੇ ਅਸੀਂ ਦੇਖਿਆ ਵੀ ਸਾਡੇ ਕੋਲ ਨੈਬੂਲਾਈਜ਼ਰ ਨਿਕਲੇ ਹੈ ਤੇ ਇੱਕਦਮ ਮਤਲਬ ਬੜਾ ਫੀਲ ਹੋਇਆ ਵੀ ਇੱਕ ਪਾਸੇ ਜਾਨਾਂ ਜਾ ਰਹੀਆਂ, ਦੂਜੇ ਪਾਸੇ ਉਹ ਇੰਨੇ ਖਤਰਨਾਕ ਲੋਕ ਜਿਨ੍ਹਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਇਹਨਾਂ ਕੰਪਨੀਆਂ ਦੀਆਂ, ਕਿ ਉਹਨਾਂ ਨੇ ਪੈਸੇ ਲਏ ਆਕਸੀਜਨ ਕੰਸਨਟਰੇਟਰ ਦੇ ਤੇ ਸਪਲਾਈ ਦਿੱਤੀ ਜਿਹੜੀ ਉਹ ਨੈਬੂਲਾਈਜ਼ਰ ਦੀ ਦਿੱਤੀ ਹੈ। ਤੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਜਿਹੜੀਆਂ ਕੰਪਨੀਆਂ ਨੂੰ ਜਦੋਂ ਰਜਿਸਟਰਡ ਕਰਦੇ ਆ ਤੇ ਇਹਨਾਂ ਦੇ ਲੋੜੀਂਦੇ ਡਾਕੂਮੈਂਟ ਲੈ ਜਾਂਦੇ ਹੋਣਗੇ। ਤੇ ਉਸੇ ਵੇਲੇ ਫਿਰ ਅਸੀਂ ਜਿਹੜੀ ਸੰਗਤ ਵੱਲੋਂ ਇਹ ਸੇਵਾ ਕੀਤੀ ਗਈ ਸੀ, ਜਿਨ੍ਹਾਂ ਨੇ ਫਿਰ ਇਹ ਆਨਲਾਈਨ ਮਤਲਬ ਇੱਥੇ ਸਾਡੇ ਕੋਲ ਆਰਡਰ ਬੁੱਕ ਕਰਕੇ ਪੇਮੈਂਟ ਕਰਕੇ ਸਮਾਨ ਸੇਵਾ ਭੇਜੀ ਸੀ ਇਸ ਦੇਸ਼ ਦੇ ਵਿੱਚ, ਤੇ ਉਹਨਾਂ ਨੂੰ ਅਸੀਂ ਸੂਚਿਤ ਕੀਤਾ ਸਾਰਾ ਕੁਝ ਇਨਫੋਰਮੇਸ਼ਨ। ਉਹਨਾਂ ਨੇ ਤੁਰੰਤ ਫਿਰ ਉੱਥੇ ਐਡਵੋਕੇਟ ਕਰਕੇ ਲਾਈਕ ਇਨਸਾਫ ਦੇ ਲਈ ਕਾਰਵਾਈ ਜਾਰੀ ਕੀਤੀ। ਤੇ ਉਸ ਦੌਰਾਨ ਜਦ ਦੇਖਿਆ ਉਹਨਾਂ ਨੇ ਉਹ ਕੰਪਨੀ ਨੂੰ ਲੌਕ ਲੱਗਿਆ ਹੋਇਆ ਉੱਥੇ ਜੋ ਐਡਰੈਸ ਦਿੱਤਾ ਹੋਇਆ ਸੀ। ਭਾਈ ਸਾਹਿਬ, ਜੇ ਆਪਾਂ ਗੱਲ ਕਰੀਏ ਦੂਸਰੀ ਲਹਿਰ ਨੂੰ ਵੀ ਬਹੁਤ ਟਾਈਮ ਹੋ ਗਿਆ ਹੈ, ਹਾਂਜੀ, ਤੁਸੀਂ ਅੱਜ ਜਿਹੜਾ ਖੁਲਾਸਾ ਕਰ ਰਹੇ ਹੋ, ਕੀ ਦੇਖ ਕੇ ਜਿਹੜਾ ਅੱਜ ਖੁਲਾਸਾ ਕਰਿਆ ਹੈ ਤੁਸੀਂ ਇਹਦਾ ਜੀ? ਅੱਜ
ਨੈਚੁਰਲੀ ਇਹ ਤੇ ਮਤਲਬ ਬਹੁਤ ਸਾਰੇ ਜਿਵੇਂ ਆਪਾਂ ਦੇਖਦੇ ਹਾਂ ਨਾ ਵੀ ਆਸਾਂ ਤੇ ਕਿੰਨੀ ਲੰਮੀ ਦੇਰ ਆਸ ਹੁੰਦੀ ਹੈ ਵੀ ਸ਼ਾਇਦ ਵਕੀਲ ਸਾਹਿਬ ਉੱਥੇ ਲੱਗੇ ਹੋਏ ਆ ਵੀ ਉਹ ਰਿਕੁਐਸਟ ਕਰ ਰਹੇ ਆ ਵੀ ਕੁਛ ਨਾ ਕੁਛ ਇਨਸਾਫ ਮਿਲੂਗਾ। ਇਨਸਾਫ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਬੰਦਾ ਆਸ ਰੱਖਦਾ ਹੈ ਵੀ ਚਲੋ ਕੋਈ ਗੱਲ ਨਹੀਂ, ਹੋ ਸਕਦਾ 1 ਮਹੀਨੇ ਤੱਕ 2 ਮਹੀਨੇ ਤੱਕ ਇਨਸਾਫ ਮਿਲ ਜੇ। ਆਸ ਰੱਖਦੇ ਸੀ ਵੀ ਚਲੋ ਇਨਸਾਫ ਮਿਲੇਗਾ, ਪਰ ਇਸ ਵੇਲੇ ਬਿਲਕੁਲ ਇਹ ਹਨੇਰਾ ਹੀ ਹਨੇਰਾ ਦਿਖ ਰਿਹਾ ਵੀ ਇੰਨੀ ਖੂਨ ਪਸੀਨੇ ਦੀ ਕਮਾਈ, ਪਹਿਲਾਂ ਸਰਕਾਰਾਂ ਨੂੰ ਟੈਕਸ ਦਿੱਤੇ, ਉਸ ਤੋਂ ਬਾਅਦ ਆਪਣੇ ਸਮਾਜਿਕ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਦੇ ਲਈ ਫਿਰ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਇੰਨੇ ਆਕਸੀਜਨ ਕੰਸਨਟ੍ਰੇਟਰ ਖਰੀਦ ਕੇ ਜਦੋਂ ਫਿਰ ਉਹ ਭੇਜਣ ਦੇ ਲਈ ਉਹਨਾਂ ਨੇ ਉਹਨੂੰ ਪੇਮੈਂਟ ਜਮ੍ਹਾਂ ਕਰਾਈ ਸੀ ਤੇ ਉਹਨਾਂ ਨਾਲ ਇਹ ਮਤਲਬ ਵਤੀਰਾ ਹੋਇਆ ਸਾਡੇ ਨਾਲ। ਤੇ ਇਸ ਦਾ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਜਿਹੜਾ ਉਹ ਮਿਲਣਾ ਚਾਹੀਦਾ ਹੈ ਤੇ ਹੋਰ ਨੂੰ ਕੰਨ ਹੋਣੇ ਚਾਹੀਦੇ ਆ ਕਿ ਇਹੋ ਜਿਹੀਆਂ ਕੰਪਨੀਆਂ ਤੇ ਵਿਸ਼ਵਾਸ ਕਰਨ ਲੱਗੇ ਸੋਚੋ। ਤੇ ਸਰਕਾਰਾਂ ਜਿਹੜੀਆਂ ਹੈਗੀਆਂ ਵੀ ਇਹੋ ਜਿਹੀਆਂ ਕੰਪਨੀਆਂ ਨੂੰ ਰੈਕੋਗਨਾਈਜ਼ ਕਰਦੀਆਂ ਜਿਸ ਵੇਲੇ, ਉਸ ਵੇਲੇ ਜਿਹੜੇ ਮਤਲਬ ਜਿਸ ਆਧਾਰ ਤੇ ਕਰਦੀਆਂ ਉਸ ਨੂੰ ਦੁਬਾਰਾ ਫੇਰ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਕਿ ਨਾਗਰਿਕ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕੇ ਔਰ ਨਾਗਰਿਕ ਨੂੰ ਕੋਈ ਠੱਗ ਨਾ ਸਕੇ। ਇਹ ਵੱਡੀਆਂ ਜਿਹੜੀਆਂ ਵੱਡੇ ਕਹ ਲਓ ਬਿਜ਼ਨਸਮੈਨ ਹੈ, ਦਲਾਲ ਹੈ ਜਿਹੜੇ। ਭਾਈ ਸਾਹਿਬ ਜੇ ਆਪਾਂ ਗੱਲ ਕਰੀਏ ਕਿ ਆ ਜਿਹੜੇ ਆਕਸੀਜਨ ਕੰਸਨਟ੍ਰੇਟਰ ਤੇ ਉਹ ਕਿੰਨੇ ਦੇ ਸੀ, ਨੈਪਲਾਈਜ਼ਰ ਜਿਹੜੇ ਆਏ ਨੇ ਉਹ ਕਿੰਨੇ ਦੇ ਨੇ, ਠੱਗੀ ਕਿੰਨੇ ਦੀ ਵੱਜੀ ਹੈ ਕੁੱਲ ਮਿਲਾ ਕੇ ਜੀ? ਹਾਂਜੀ, ਜਿਹੜੇ ਆਕਸੀਜਨ ਕੰਸਨਟ੍ਰੇਟਰ ਹੈ ਇਹਨਾਂ ਦੀ ਕੀਮਤ ਜਿਹੜੀ ਮੇਰੇ ਕੋਲ ਬਿੱਲ ਹੈਗਾ ਜਿਹਨਾਂ ਦੀ ਪੇਮੈਂਟ ਹੋਈ ਹੈ ਉਹ 36 ਲੱਖ ਕੋਈ 70,000 ਦੇ ਕਰੀਬ ਪੇਮੈਂਟ ਹੋਈ ਹੈ ਤੇ ਇਹਨਾਂ ਦੀ ਕੀਮਤ ਜਿਹੜੀ ਹੈ ਸਾਰੀ 28,000 ਵੀ ਪੂਰੀ ਬਣਦੀ ਨਹੀਂ ਹੈਗੀ। ਉਹ 36,70,000 ਦੇ ਕਰੀਬ ਹੈ, 36 ਲੱਖ ਤੋਂ ਉੱਪਰ, ਤੇ ਇਹਨਾਂ ਦੀ ਕੀਮਤ 28,000 ਵੀ ਨਹੀਂ ਬਣਦੀ। ਤੇ ਮਤਲਬ ਹਾਂ ਨਹੀਂ 42 ਨਹੀਂ ਜੀ, ਹਾਂ ਇਹਦੇ ਲਾਈਕ ਲੱਖ ਦੀ ਉਹ 36 ਲੱਖ ਕਹ ਲਓ ਵੀ ਸਾਡੇ ਨਾਲ ਇਹਦੀ ਅਮਾਉਂਟ ਬਹੁਤ ਵੱਡੀ ਹੈ। ਤੇ ਭਾਈ ਸਾਹਿਬ ਜਿਹੜੇ ਲੋਕ ਨੇ ਹਜੇ ਵੀ ਆਨਲਾਈਨ ਸਮਾਨ ਦੇਸ਼ ਵਿਦੇਸ਼ ਤੋਂ ਮੰਗਾਉਂਦੇ ਨੇ, ਇਸ ਠੱਗੀ ਨੂੰ ਦੇਖਦੇ ਹੋਏ ਤੁਸੀਂ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ? ਕੀ ਤੁਹਾਡੇ ਵੱਲੋਂ ਸੰਦੇਸ਼ ਹੈ ਜੀ ਉਹਨਾਂ ਨੂੰ? ਬਿਲਕੁਲ, ਮੈਂ ਮਤਲਬ ਇਹੀ ਬੇਨਤੀ ਕਰਦਾ ਵੀ ਬਹੁਤ ਕੌਨਸ਼ੀਅਸ ਹੋ ਕੇ ਨਾਗਰਿਕ ਆਪਣੇ ਪਾਰਟ ਦੇ ਡਿਫਰੈਂਟ ਪੱਖ ਹੈ ਦੇ ਸਰਕਾਰ ਦੀਆਂ ਇਹਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਬਣਦੀਆਂ ਤੇ ਨਾਗਰਿਕ ਜਿਹੜਾ ਹੈਗਾ ਉਸਨੇ ਫਿਰ ਵੀ ਵਿਸ਼ਵਾਸ ਕਰਨ ਲੱਗਿਆ 100 ਵਾਰ ਸੋਚਣਾ ਹੈਗਾ। ਅਸੀਂ ਵੀ ਮਹਿਸੂਸ ਕਰਦੇ ਹਾਂ ਵੀ ਸਾਡੇ ਕੋਲੋਂ ਕੋਈ ਕਮੀ ਰਹੀ ਤੇ ਕਿੱਥੇ ਰਹੀ, ਪਰ ਅਸੀਂ ਵੀ ਇੱਦਾਂ ਬੜਾ ਬੇਵਸ ਤੇ ਲਾਚਾਰ ਮਹਿਸੂਸ ਕਰਦੇ ਹਾਂ ਵੀ ਜਿਨ੍ਹਾਂ ਨੇ ਉੱਥੋਂ ਚਾਈਨਾ ਤੋਂ ਜਿਹੜੀਆਂ ਸ਼ਿਪਮੈਂਟਸ ਹੈਗੀਆਂ ਉਹਨਾਂ ਨੇ ਆਪਸ ਵਿੱਚ ਕਿੱਥੇ ਜਦੋਂ ਆਕਸੀਜਨ ਕੰਸਨਟ੍ਰੇਟਰ ਇੱਕ ਏਡੀ ਵੱਡੀ ਚੀਜ਼ ਹੁੰਦੀ ਹੈ, ਨੈਬੂਲਾਈਜ਼ਰ ਇੱਕ ਛੋਟੀ ਜਿਹੀ ਚੀਜ਼ ਹੁੰਦੀ ਹੈ, ਤੇ ਇਸ ਦੇ ਵਿੱਚ ਜਦੋਂ ਵੀ ਆਪਾਂ ਕਿਸੇ ਨੂੰ ਆਰਡਰ ਦਿੰਦੇ ਹਾਂ ਤੇ ਬਹੁਤ ਹੀ ਸਾਨੂੰ ਵਿਸ਼ਵਾਸ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਕਿ ਸਾਡੇ ਮਤਲਬ ਕਿਸੇ ਨਾਲ ਇਹੋ ਜਿਹੀ ਠੱਗੀ ਨਾ ਵੱਜੇ। ਤੇ ਜੇਕਰ ਕੋਈ ਨਾਗਰਿਕ ਨਾਲ ਇਹ ਇੰਡਸਟਰੀਅਲਿਸਟ ਕੋਈ ਮੈਨੂਫੈਕਚਰਰ ਐਡੀ ਠੱਗੀ ਮਾਰਦੇ ਆ ਤੇ ਸਰਕਾਰਾਂ ਤੁਰੰਤ ਨਾਗਰਿਕ ਨੂੰ ਇਨਸਾਫ ਦਿਵਾਉਣ ਤਾਂ ਕਿ ਨਾਗਰਿਕ ਦਾ ਯਕੀਨ ਬਣਿਆ ਰਵੇ ਕਿ ਅਸੀਂ ਸਰਕਾਰਾਂ ਦੇ ਹੁੰਦਿਆਂ ਸੇਫ ਹੈ। ਇਸ ਵੇਲੇ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਖੜਾ ਹੋ ਗਿਆ।